Students, today we will study about the concept of resonance. So, resonance you have studied in your previous class, and you had seen that there can be two structures given for benzene known as Kekulé structures, in which double bonds are at alternate positions in both the structures. So, we can plot these two structures. But we say the real picture of benzene is in which all the 6 carbon-carbon bonds are in between. We draw a dotted double bond for all the carbon-carbon bonds. So there is shown a cloud of electrons which is localized on 6 carbons. So the carbon-carbon bond length is in between double and single. Carbon-carbon single bond length is 154 picometers, whereas carbon-carbon double bond is 134 picometers, but in case of benzene it is known to be 140 picometers, about 140 picometers. So it is in between these two pictures shown here, first and second. So you will say resonance is hybridization of two or more valence bond representations of any structure to arrive at an individual new structure. So that is resonance. So ਇਹ ਥੋੜਾ ਜਿਹਾ ਤੁਸੀਂ ਕੀਤਾ ਹੀ ਹੋਇਆ ਤੇ ਇਹਦੀਆਂ ਐਗਜ਼ਾਮਪਲਸ ਕੁਝ ਤੁਹਾਨੂੰ ਆ ਦਿਖਾਈਆਂ ਹੋਈਆਂ ਕਿ ਕਾਰਬਨ ਡਾਈਆਕਸਾਈਡ ਦੀ ਐਗਜ਼ਾਮਪਲ ਹੈ ਤੇ ਇਹਦੀਆਂ ਸਟਰਕਚਰਸ ਦੇਖ ਸਕਦੇ ਹੋ। ਪਹਿਲੀ ਪਿਕਚਰ ਦੇ ਵਿੱਚ ਆਕਸੀਜਨ ਸਾਰਿਆਂ ਦਾ ਵੈਲੈਂਸ ਪੂਰਾ ਹੈ, 8 ਇਲੈਕਟ੍ਰੋਨ ਸੈਕੰਡ ਪੀਰੀਅਡ ਦੇ ਜਿਹੜੇ ਵੀ ਹੈ ਕਾਰਬਨ ਆਕਸੀਜਨ ਨਾਈਟ੍ਰੋਜਨ ਨੂੰ ਰਿਪਰੈਜ਼ੈਂਟ ਕਰਦੇ ਹੋ, ਫਲੋਰੀਨ ਕਲੋਰੀਨ ਵਗੈਰਾ, ਤਾਂ ਉਹਦੇ ਆਪਾਂ ਵੈਲੈਂਸ ਦੇ ਵਿੱਚ 8 ਇਲੈਕਟ੍ਰੋਨਸ ਦਿਖਾਉਣੇ ਹੁੰਦੇ ਆ ਇਨਕਲੂਡਿੰਗ ਦੇਅਰ ਇਲੈਕਟ੍ਰੋਨਸ ਆਫ ਬੌਂਡ। ਸੋ ਇੱਥੇ ਬਟੇ ਆਕਸੀਜਨ ਦੇ ਨਿਊਟਰਲ ਫਾਰਮ ਦੇ ਵਿੱਚ ਹੈ, ਅਤੇ ਜਦੋਂ ਅਸੀਂ ਰਾਈਟ ਹੈਂਡ ਸਾਈਡ ਵਾਲੀ ਆਕਸੀਜਨ ਤੋਂ ਜੇ ਇੱਕ ਸ਼ਿਫਟ ਕਰ ਦਈਏ ਕਾਰਬਨ ਆਕਸੀਜਨ ਦੇ ਵਿੱਚ ਨੂੰ ਤਾਂ ਟ੍ਰਿਪਲ ਬੌਂਡ ਬਣ ਗਿਆ ਹੈ ਨਾ, ਪਰ ਆਕਸੀਜਨ ਦਾ ਕਿਉਂਕਿ ਪਹਿਲਾਂ ਨਿਊਟਰਲ ਸੀ, ਇਲੈਕਟ੍ਰੋਨ ਲੂਜ਼ ਕੀਤੇ ਪੋਜ਼ੀਟਿਵ ਚਾਰਜ ਆ ਗਿਆ, ਤਾਂ ਲੈਫਟ ਵਾਲੀ ਕਾਰਬਨ ਅਗਲਾ ਡਬਲ ਬੌਂਡ ਹੁਣ ਕਾਰਬਨ ਦੀ ਵੈਲੈਂਸੀ ਹਮੇਸ਼ਾ 4 ਤੋਂ ਜ਼ਿਆਦਾ ਨਹੀਂ ਹੋ ਸਕਦੀ। ਜੇ ਆਪਾਂ ਰਾਈਟ ਹੈਂਡ ਸਾਈਡ 'ਤੇ ਟ੍ਰਿਪਲ ਬੌਂਡ ਬਣਾਤਾ ਤਾਂ ਲੈਫਟ ਵਾਲਾ ਆਪਾਂ ਨੂੰ ਸਿੰਗਲ ਕਰਨਾ ਪੈਣਾ। ਉਹ 2 ਇਲੈਕਟ੍ਰੋਨ ਸ਼ਿਫਟ ਹੋ ਗਏ ਆਕਸੀਜਨ 'ਤੇ ਉਹ 'ਤੇ ਨੈਗੇਟਿਵ ਚਾਰਜ ਆ ਗਿਆ। ਸੋ ਜੇ ਆਪਾਂ ਦੂਸਰੀ ਸਾਈਡ ਕਰਦੇ ਪਹਿਲੀ ਆਕਸੀਜਨ ਦੇ ਸ਼ਿਫਟ ਕਰਦੇ ਤਾਂ ਆਹ ਸਟਰਕਚਰ ਆਉਣੀ ਸੀ, ਪਹਿਲੀ ਸੈਕਿੰਡ ਵਾਲੀ ਦੀ ਆਪੋਜ਼ਿਟ ਹੀ ਹੋ ਗਿਆ ਇਹ। ਓਕੇ, ਦੈਨ ਕਮਿੰਗ ਟੂ ਕਾਰਬੋਕਸਿਲਿਕ ਐਸਿਡਸ, ਆਹ ਨਿਊਟਰਲ ਸਟਰਕਚਰ ਹੈ ਨਾ, ਜਿੱਥੇ ਇਲੈਕਟ੍ਰੋਨ ਕਲਾਊਡ ਪੂਰਾ ਕਰਕੇ 8 ਇਲੈਕਟ੍ਰੋਨਸ ਹਰੇਕ ਕਾਰਬਨ ਆਕਸੀਜਨ ਦੇ ਹੋਣੇ ਚਾਹੀਦੇ ਵੈਲੈਂਸ ਦੇ ਵਿੱਚ। ਤਾਂ ਅਗਲੀ ਸਟਰਕਚਰ ਦੇ ਵਿੱਚ ਅਸੀਂ OH ਵਾਲੀ ਆਕਸੀਜਨ ਦਾ ਇੱਕ ਲੋਨ ਪੇਅਰ ਅੱਗੇ ਸ਼ਿਫਟ ਕਰਤਾ, ਅਤੇ ਫਿਰ ਕਾਰਬਨ ਦੇ ਕਿਉਂਕਿ 5 ਬੌਂਡ ਨਹੀਂ ਹੋ ਸਕਦੇ, ਨੈਕਸਟ ਵਾਲਾ ਡਬਲ ਬੌਂਡ ਵਾਲੇ ਇੱਕ ਪੇਅਰ ਬੌਂਡਿੰਗ ਪੇਅਰ ਆਫ ਇਲੈਕਟ੍ਰੋਨਸ ਨੂੰ ਸ਼ਿਫਟ ਕਰਤਾ ਆਕਸੀਜਨ 'ਤੇ, ਉਹਦੇ ਨੈਗੇਟਿਵ ਚਾਰਜ ਆ ਗਿਆ। ਸੋ ਬਟ ਇਹ ਤੁਹਾਨੂੰ ਬਣਾਉਣੀਆਂ ਆਉਣੀਆਂ ਚਾਹੀਦੀਆਂ। ਅਗਲੇ ਦੇ ਵਿੱਚ 1,3-ਬੂਟਾਡਾਈ ਇਨ ਸੈਕਿੰਡ ਸਟਰਕਚਰ ਤੋਂ ਅਸੀਂ ਬਣਾ ਸਕਦੇ ਹਾਂ ਕਿ ਜੇ ਅਸੀਂ ਸ਼ਿਫਟ ਕਰ ਦਈਏ ਇੱਕ ਸਾਈਡ ਤੋਂ ਸ਼ੁਰੂ ਕਰ ਲਈਏ, ਜੇ ਲਾਸਟ ਬੌਂਡ ਹੈ ਉਹਨੂੰ ਮਿਡਲ ਸ਼ਿਫਟ ਕੀਤਾ, ਤੀਜੀ ਚੌਥੀ ਕਾਰਬਨ ਦੇ ਵਿੱਚ ਮਿਡਲ 'ਚ ਸ਼ਿਫਟ ਕਰਤਾ, 2-3 ਪੋਜੀਸ਼ਨ 'ਤੇ ਆ ਗਿਆ, ਤਾਂ ਸਿਰੇ ਵਾਲੀ ਕਾਰਬਨ 'ਤੇ ਪੋਜ਼ੀਟਿਵ ਚਾਰਜ ਆਊਗਾ, ਅਤੇ ਫਿਰ ਅਗਲਾ ਡਬਲ ਬੌਂਡ ਪਹਿਲੀ ਕਾਰਬਨ 'ਤੇ ਆਊਗਾ ਤਾਂ ਉਹਦੇ 'ਤੇ ਨੈਗੇਟਿਵ ਚਾਰਜ ਆਊਗਾ, ਤਾਂ ਆਹ ਸਟਰਕਚਰ ਬਣੂਗੀ ਹੈ ਨਾ। ਜੇ ਉਲਟ ਕਰਦੇ ਹਾਂ ਤਾਂ ਆਹ ਸਟਰਕਚਰ ਬਣੂਗੀ। ਓਕੇ, ਦੈਨ ਕਮਿੰਗ ਟੂ ਦ ਇੰਪੋਰਟੈਂਟ ਥਿੰਗ ਇਜ਼, ਉਹ ਤਾਂ ਪਿਛਲੀ ਰਿਵੀਜ਼ਨ ਹੈ। ਆਪਣਾ ਜਿਹੜਾ ਟੋਪਿਕ ਹੁਣ ਦਾ ਸ਼ੁਰੂ ਹੁੰਦਾ ਇਟ ਇਜ਼ ਫਰੋਮ ਕੰਡੀਸ਼ਨਸ ਫॉर ਰੈਜ਼ੋਨੈਂਸ। ਕੀ ਕੰਡੀਸ਼ਨ ਹੋਣੀ ਚਾਹੀਦੀ ਹੈ ਰੈਜ਼ੋਨੈਂਸ 'ਤੇ, ਬਟ ਜਿਹੜੇ 5-7 ਪੁਆਇੰਟ ਨੇ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਸਭ ਤੋਂ ਪਹਿਲੀ ਕੰਡੀਸ਼ਨ ਕੀ ਹੈ ਕਿ ਕੰਟਰੀਬਿਊਟਿੰਗ ਸਟਰਕਚਰਸ ਸ਼ੁੱਡ ਡਿਫਰ ਫਰੋਮ ਈਚ ਅਦਰ ਓਨਲੀ ਇਨ ਪੋਜੀਸ਼ਨ ਆਫ ਇਲੈਕਟ੍ਰੋਨਸ। ਜਿਹੜੇ ਐਟਮ ਦੀ ਪੋਜੀਸ਼ਨ ਹੈ, ਕਾਰਬਨ ਕਿੱਥੇ ਹੋਣੀ ਹੈ, ਆਕਸੀਜਨ ਕਿੱਥੇ ਹੋਣੀ, ਉੱਥੇ ਹੀ ਹੋਣੀ ਚਾਹੀਦੀ ਹੈ, ਸਿਰਫ ਇਲੈਕਟ੍ਰੋਨਸ ਇੱਧਰ ਉੱਧਰ ਸ਼ਿਫਟ ਹੋ ਸਕਦੇ ਆ। ਸੈਕਿੰਡ ਜਿਹੜੀ ਕੰਡੀਸ਼ਨ ਹੈ ਦੈਟ ਇਜ਼ ਕਿ ਆਲ ਦ ਐਟਮਸ ਦੇ ਸ਼ੁੱਡ ਲਾਈ ਇਨ ਦ ਸੇਮ ਪਲੇਨ। ਸੋ sp2 ਹਾਈਬ੍ਰਿਡਾਈਜੇਸ਼ਨ ਹੁੰਦੀ ਹੈ ਜਿੱਥੇ ਕਾਰਬਨ ਦੀ, ਉੱਥੇ ਕਾਰਬਨ ਐਟਮ ਸੇਮ ਪਲੇਨ ਦੇ ਵਿੱਚ ਹੁੰਦੀ ਹੈ, ਇੱਕ ਪਲੇਨਰ ਮੋਲੀਕਿਊਲ ਬਣਦਾ, ਦੇ ਸ਼ੁੱਡ ਲਾਈ ਇਨ ਦ ਸੇਮ ਪਲੇਨ। ਅਗਲਾ ਹੋ ਗਿਆ ਕਿ ਨੰਬਰ ਆਫ ਪੇਅਰਡ ਅਤੇ ਅਨਪੇਅਰਡ ਇਲੈਕਟ੍ਰੋਨਸ ਆ ਜਿਹੜੇ ਉਹ ਹਰੇਕ ਸਟਰਕਚਰ ਸੇਮ ਹੋਣੇ ਚਾਹੀਦੇ। ਐ ਨਹੀਂ ਕਿ ਅਸੀਂ ਇੱਥੇ ਜਿਵੇਂ ਪਹਿਲੀ ਸਟਰਕਚਰ ਹੈ ਇੱਥੇ 2 ਔਡ ਇਲੈਕਟ੍ਰੋਨਸ ਪਹਿਲੀ ਚੌਥੀ 'ਤੇ ਦਿਖਾਤੀ ਅਤੇ ਫਿਰ ਇਹਨੂੰ ਅਸੀਂ ਕਹੀਏ ਕਿ ਐਸ ਵਾਲੇ ਦੀ ਹੈਗੀ ਹੈ ਕੰਟਰੀਬਿਊਟਿੰਗ ਸਟਰਕਚਰ, ਤਾਂ ਇਹ ਠੀਕ ਨਹੀਂ ਹੈ ਕਿਉਂਕਿ ਇਹਦੇ ਵਿੱਚ ਤਾਂ ਕੋਈ ਲੋਨ ਪੇਅਰ ਆਫ ਔਡ ਇਲੈਕਟ੍ਰੋਨ ਹੈ ਨਹੀਂ, ਪਹਿਲੀ ਦੇ ਵਿੱਚ 2 ਇਲੈਕਟ੍ਰੋਨ ਹੈ, ਸੋ ਦੋਨੋਂ ਕੰਟਰੀਬਿਊਟਿੰਗ ਸਟਰਕਚਰਸ ਨਹੀਂ ਹੋਣਗੀਆਂ। ਔਡ ਇਲੈਕਟ੍ਰੋਨ ਜਾਂ ਪੇਅਰ ਆਫ ਇਲੈਕਟ੍ਰੋਨਸ ਸਿਮਿਲਰ ਹੋਣੇ ਚਾਹੀਦੇ ਹੈ। ਫਿਰ ਹੋ ਗਿਆ ਮਤਲਬ ਔਡ ਵਾਲੀ ਉਹਦੀ ਨਹੀਂ ਹੋ ਸਕਦੀ ਸਬਸਟੀਟਿਊਟ।
ਫਿਰ ਸਾਰੀਆਂ ਕੰਟਰੀਬਿਊਟਿੰਗ ਸਟਰਕਚਰਸ ਨੇ ਜਿਹੜੀਆਂ ਉਹ 8 ਇਲੈਕਟ੍ਰੋਨ ਦੀ ਸ਼ੈਲ ਦੇ ਵਿੱਚ ਸ਼ੋ ਕਰਨਾ ਚਾਹੀਦਾ। ਕਾਰਬਨ ਦੀ ਵੈਲੈਂਸੀ ਹਮੇਸ਼ਾ 4 ਚਾਹੀਦੀ ਹੈ, 4 ਬੌਂਡ ਬਣਾਉਂਦੀ ਹੋਵੇ, ਤੇ ਨਾਈਟ੍ਰੋਜਨ ਹਮੇਸ਼ਾ 3 ਬੌਂਡ ਬਣਾਉਂਦੀ ਹੋਵੇ ਜਾਂ ਉਹਦੇ ਤੇ ਇੱਕ ਲੋਨ ਪੇਅਰ ਆਫ ਇਲੈਕਟ੍ਰੋਨਸ ਹੁੰਦਾ। ਹੁਣ ਜਿਵੇਂ ਆਹ ਸਟਰਕਚਰ ਹੈ, ਇਹਦੇ 'ਚ ਆਪਾਂ ਡਬਲ ਬੌਂਡ NH3 ਲਾਇਆ ਹੋਇਆ, ਤਾਂ ਨਾਈਟ੍ਰੋਜਨ ਦੀ ਵੈਲੈਂਸੀ 5 ਹੋ ਰਹੀ ਹੈ, ਇਹ ਠੀਕ ਨਹੀਂ ਹੈ। ਨਾਈਟ੍ਰੋਜਨ ਦੀ ਵੈਲੈਂਸੀ 3 ਹੀ ਹੋ ਸਕਦੀ ਹੈ ਨਾ। ਜਦੋਂ ਚੌਥਾ ਬੌਂਡ ਲੱਗ ਜਾਂਦਾ ਤਾਂ ਉਦੋਂ ਨਾਈਟ੍ਰੋਜਨ ਤੇ ਪੋਜ਼ਿਟਿਵ ਚਾਰਜ ਹੁੰਦਾ, ਲੋਨ ਪੇਅਰ ਆਫ ਇਲੈਕਟ੍ਰੋਨਸ ਹੁੰਦਾ। ਸੋ 4 ਤੋਂ ਜ਼ਿਆਦਾ ਤਾਂ 4 ਵਾਲੀ ਨੈਗੇਟਿਵ ਪੋਜ਼ਿਟਿਵਲੀ ਚਾਰਜ ਹੁੰਦੀ ਹੈ ਨਾਈਟ੍ਰੋਜਨ, 5 ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਇਹ ਗਲਤ ਹੈ। ਅਗਲਾ ਹੈ ਕਿ ਸਾਰੀਆਂ ਕੰਟਰੀਬਿਊਟਿੰਗ ਸਟਰਕਚਰਸ ਦੀ એનર્ਜੀ ਤਕਰੀਬਨ ਸੇਮ ਹੋਣੀ ਚਾਹੀਦੀ ਹੈ। ਅੱਛਾ, ਫਿਰ ਜੇ ਡਿਫਰੈਂਟ ਹੋ ਜਾਂਦੀ ਹੈ ਫਿਰ ਇਹ ਕਹਾਂਗੇ ਕਿ ਜਿਹੜੀ ਕੰਟਰੀਬਿਊਟਿੰਗ ਸਟਰਕਚਰ ਦੀ એનર્ਜੀ ਸਭ ਤੋਂ ਘੱਟ ਹੈ ਉਹਦੀ ਕੰਟਰੀਬਿਊਸ਼ਨ ਜ਼ਿਆਦਾ ਹੈ ਨਾ। ਸੋ ਜ਼ਿਆਦਾ ਸਟੇਬਲ ਸਟਰਕਚਰ ਵੱਧ ਕੰਟਰੀਬਿਊਟ ਕਰਦੀ ਹੈ। ਅਗਲੇ 6th ਪੁਆਇੰਟ 'ਚ ਅਸੀਂ ਕਹਿ ਲਿਆ ਕਿ ਕੰਟਰੀਬਿਊਸ਼ਨ ਉਹ ਵੱਧ ਕਰਦੀ ਹੈ। ਫਿਰ ਹੋ ਗਿਆ ਰਿਲੇਟਿਵ ਸਟੇਬਿਲਿਟੀਜ਼ ਡਿਟਰਮਿਨ ਕਰਨ ਦੇ ਵਿੱਚ ਸਟਰਕਚਰਸ ਨੇ ਜਿਹੜੀਆਂ, ਉਹਦੇ 'ਚ ਥੱਲੜੇ ਪੁਆਇੰਟ ਸਾਨੂੰ ਕੰਸੀਡਰ ਕਰਨੇ ਪੈਣਗੇ। ਪਹਿਲਾ ਪੁਆਇੰਟ ਕੀ ਹੈ ਕਿ ਆਹ 2 ਸਟਰਕਚਰ ਦਿੱਤੀਆਂ ਹੋਈਆਂ ਤੇ ਜਿਹਦੇ ਵਿੱਚ ਕੋਵੈਲੈਂਟ ਬੌਂਡ ਜ਼ਿਆਦਾ ਉਹ ਵੱਧ ਸਟੇਬਲ ਹੈ। ਹੁਣ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਦੇਖਣ ਨੂੰ ਹਾਈਡਰੋਜਨ ਤੋਂ ਬਿਨਾਂ ਹਾਈਡਰੋਜਨ ਵਾਲੀ ਵਸਤ ਬੌਂਡ ਹੈਗੇ, ਪਰ ਸਕੈਲਟਨ ਦੇ ਵਿੱਚ ਸਾਨੂੰ 5 ਕੋਵੈਲੈਂਟ ਬੌਂਡ ਦਿਖ ਰਹੇ ਹੈ, ਇਹਦੇ 'ਚ ਸਾਨੂੰ 4 ਕੋਵੈਲੈਂਟ ਬੌਂਡ ਦਿਖ ਰਹੇ ਹੈ। ਸੋ ਪਹਿਲੀ ਸਟਰਕਚਰ ਜੀ ਤੇ 5 ਕੋਵੈਲੈਂਟ ਬੌਂਡ ਹੈ ਉਹ ਵੱਧ ਸਟੇਬਲ ਹੈ। ਅੱਛਾ, ਹੁਣ ਦੂਸਰੀ ਕਿ ਇਹਦੇ 'ਚ ਨੰਬਰ ਆਫ ਬੌਂਡਸ ਤਾਂ ਸੈਕਿੰਡ ਐਗਜ਼ਾਮਪਲ ਹੈ, ਨੰਬਰ ਆਫ ਬੌਂਡਸ ਇਹ ਦੋਨਾਂ 'ਚ ਸੇਮ ਹੈ, ਪਰ ਜਿਹਦੇ 'ਚ ਚਾਰਜ ਸੈਪਰੇਸ਼ਨ ਹੈ ਇਹ ਇਹ ਸਟਰਕਚਰ ਘੱਟ ਸਟੇਬਲ ਹੈ ਸੈਕਿੰਡ ਵਾਲੀ। ਸੋ ਇਟ ਇਜ਼ ਲੈਸ ਸਟੇਬਲ। ਓਕੇ, ਦੈਨ ਕਮਿੰਗ ਟੂ ਹੁਣ ਡਿਫਰੈਂਟ ਇਲੈਕਟ੍ਰੋਨੈਗੇਟਿਵਿਟੀਜ਼ ਦੇ ਐਟਮ ਹੈ, ਜਿਵੇਂ ਕਾਰਬਨ ਤੇ ਆਕਸੀਜਨ ਹੈ। ਜੇ ਆਕਸੀਜਨ ਤੇ ਨੈਗੇਟਿਵ ਚਾਰਜ ਹੋ ਉਹ ਵੱਧ ਸਟੇਬਲ ਹੋਊਗੀ, ਕਾਰਬਨ ਤੇ ਪੋਜ਼ਿਟਿਵ ਹੋਣਾ ਚਾਹੀਦਾ ਹੈ, ਵੱਧ ਇਲੈਕਟ੍ਰੋਨੈਗੇਟਿਵਿਟੀ ਤੇ ਨੈਗੇਟਿਵ ਚਾਰਜ ਹੋਣਾ ਚਾਹੀਦਾ। ਪਰ ਜੇ ਆਹ ਸਟਰਕਚਰ ਬਣਾਵਾਂਗੇ ਤਾਂ ਇਹ ਲੀਸਟ ਸਟੇਬਲ ਹੋਊਗੀ ਕਿਉਂਕਿ ਆਕਸੀਜਨ ਤੇ ਪੋਜ਼ਿਟਿਵ ਚਾਰਜ ਦਿਖਾ ਰਹੇ ਹਾਂ। ਓਕੇ, ਅਗਲਾ ਪੁਆਇੰਟ ਹੈ ਕਿ ਜੇ ਨੇੜੇ ਆ ਜਾਂਦੇ ਆ ਸਿਮਿਲਰ ਚਾਰਜਸ ਕਿਸੇ ਸਟਰਕਚਰ, ਜਿਵੇਂ ਆ ਆਕਸੀਜਨ ਤੋਂ ਇਸ ਤਰ੍ਹਾਂ ਕਰਕੇ ਨੇੜੇ ਦੀਆਂ ਆਕਸੀਜਨ ਤੇ ਸੇਮ ਚਾਰਜ ਹੈ, ਫਿਰ ਵੀ ਇਟ ਇਜ਼ ਹਾਈਲੀ ਅਨਸਟੇਬਲ। ਸੋ ਇੰਨੇ ਪੁਆਇੰਟਸ ਨੇ ਬੇਟਾ, ਥੀਜ਼ ਆਰ ਕੰਡੀਸ਼ਨਸ ਫॉर ਰੈਜ਼ੋਨੈਂਸ। ਸੋ ਇਹ ਤੁਸੀਂ 5 ਸਬ ਪੁਆਇੰਟ ਹੈ ਜਿਹੜੇ ਇਹ ਯਾਦ ਕਰਨੇ ਆ। ਦੈਨ ਕਮਿੰਗ ਟੂ ਔਰ ਰਿਵੀਜ਼ਨ ਆ ਸਿੰਪਲੀ ਕਿ ਰੈਜ਼ੋਨੈਂਸ ਕੀ ਹੁੰਦੀ ਹੈ, ਪ੍ਰੋਪਰਟੀਜ਼ ਕੀ ਹੁੰਦੀਆਂ। ਸਟੇਬਿਲਿਟੀ 'ਚ ਅਸੀਂ ਕਹਿੰਦੇ ਕਿ ਰੈਜ਼ੋਨੈਂਸ ਹਾਈਬ੍ਰਿਡ ਸਟਰਕਚਰ ਹੈ, ਇਟ ਇਜ਼ ਮੋਰ ਸਟੇਬਲ ਦੈਨ ਇਟਸ ਕੰਟਰੀਬਿਊਟਿੰਗ ਸਟਰਕਚਰ ਜਾਂ ਰੈਜ਼ੋਨੇਟਿੰਗ ਸਟਰਕਚਰਸ। ਰੈਜ਼ੋਨੈਂਸ એનર્ਜੀ ਜਿਵੇਂ ਬੈਂਜ਼ੀਨ ਦੇ ਕੇਸ 'ਚ ਕਹਿੰਦੇ ਆ ਕਿ 151 ਕਿਲੋ ਜੂਲ ਪਰ ਮੋਲ ਹੈ। ਸੋ ਜਿਹੜੀ ਸਭ ਤੋਂ ਸਟੇਬਲ ਰੈਜ਼ੋਨੈਂਸ ਸਟਰਕਚਰ ਹੈ ਤੇ ਐਕਚੁਅਲ ਸਟਰਕਚਰ ਰੈਜ਼ੋਨੈਂਸ ਸਟਰਕਚਰ ਹੈ ਜਿਹੜੀ ਰੈਜ਼ੋਨੇਟਿੰਗ ਸਟਰਕਚਰ ਨਾਲੋਂ ਐਕਚੁਅਲ ਸਟਰਕਚਰ ਜਿਹੜੀ ਕਿ ਇਮੈਜਨਰੀ ਸਟਰਕਚਰ ਹੈ, ਅਸੀਂ ਅਜ਼ਿਊਮ ਹੀ ਕਰ ਸਕਦੇ ਹਾਂ, ਡਰਾ ਨਹੀਂ ਕਰ ਸਕਦੇ। ਦੋਨਾਂ ਦਾ ਜਿਹੜਾ એનર્ਜੀ ਦਾ ਫਰਕ ਹੈ ਉਹਨੂੰ ਰੈਜ਼ੋਨੈਂਸ એનર્ਜੀ ਕਹਿੰਦੇ ਆ। ਸੋ ਜਿੰਨੀ ਰੈਜ਼ੋਨੈਂਸ ਕਰਕੇ ਵੱਧ ਸਟੇਬਲ ਐਕਚੁਅਲ ਸਟਰਕਚਰ ਉਹ ਰੈਜ਼ੋਨੈਂਸ એનર્ਜੀ ਹੈ। ਬੈਂਜ਼ੀਨ 'ਚ 151 ਕਿਲੋ ਜੂਲਸ ਹੈ। ਫਿਰ ਆ ਗਿਆ ਬੌਂਡ ਲੈਂਥ ਵੀ ਰੈਜ਼ੋਨੈਂਸ ਕਰਕੇ ਥੋੜ੍ਹੀਆਂ ਜਿਹੀਆਂ ਚੇਂਜ ਹੋ ਜਾਂਦੀਆਂ ਹੈ ਨਾ। ਜਿਹੜੀ ਡਬਲ ਬੌਂਡ ਅਜ਼ਿਊਮ ਕਰਦੇ ਆ ਉਹ ਲੱਗਦਾ ਕਿ 1.5 ਬੌਂਡ ਹੀ ਹੈ, ਜਿੱਥੇ ਇੱਕ ਬੌਂਡ ਹੁੰਦਾ ਉੱਥੇ ਵੀ ਆਪਾਂ ਨੂੰ ਲੱਗਦਾ ਕਿ ਇਹ ਤਾਂ 1.5 ਬੌਂਡ ਹੀ ਹੈ। ਸੋ ਸਿੰਗਲ ਤੇ ਡਬਲ ਬੌਂਡ ਦੇ ਵਿਚਕਾਰ ਆ ਜਾਂਦੀ ਹੈ। ਸੋ 3 ਮੇਨ ਕਰੈਕਟਰਿਸਟਿਕ ਹੈ ਕਿ ਵੱਧ ਸਟੇਬਲ ਹੁੰਦੀ ਹੈ ਸਟਰਕਚਰ, ਰੈਜ਼ੋਨੈਂਸ એનર્ਜੀ ਜਿੰਨੀ ਜ਼ਿਆਦਾ ਸਟੇਬਲ ਆ ਉਹ ਰੈਜ਼ੋਨੈਂਸ એનર્ਜੀ ਹੈ, ਅਤੇ ਬੌਂਡ ਲੈਂਥਸ ਵੀ ਆਲਟਰ ਹੋ ਜਾਂਦੀਆਂ, ਸਿੰਗਲ ਵਾਲਿਆਂ ਦੀਆਂ ਵੱਧ ਜਾਂਦੀਆਂ, ਡਬਲ ਵਾਲਿਆਂ ਦੀਆਂ ਘੱਟ ਜਾਂਦੀਆਂ। ਅੱਛਾ, ਫਿਰ ਹੈਗਾ ਰੈਜ਼ੋਨੈਂਸ ਇਫੈਕਟ। ਇਹਦੀ ਡੈਫੀਨੇਸ਼ਨ ਕਰਨੀ ਹੈ ਕਿਉਂਕਿ ਮੇਨਲੀ ਸਾਡੇ ਇਫੈਕਟਸ ਆਉਣਗੇ ਇਹਦੇ 'ਚ, ਇੰਡਕਟਿਵ ਇਫੈਕਟ, ਰੈਜ਼ੋਨੈਂਸ ਇਫੈਕਟ। ਤਾਂ ਉਹਦੇ ਹਿਸਾਬ ਨਾਲ ਜਦੋਂ ਇਹ ਕਹਿਣਾ ਤੇ ਇਹ ਕਹਿਣਾ ਕਿ ਦਿਸ ਇਜ਼ ਵੈਰੀ ਇੰਪੋਰਟੈਂਟ ਟਰਮ, ਪਰਮਾਨੈਂਟ ਜਿਹੜਾ ਲਿਖਿਆ ਹੋਇਆ, ਤਾਂ ਹੀ ਮੈਂ ਡਬਲ ਥੱਲੇ ਅੰਡਰਲਾਈਨ ਕੀਤਾ। ਇਟ ਇਜ਼ ਅ ਪਰਮਾਨੈਂਟ ਡਿਸਪਲੇਸਮੈਂਟ ਆਫ ਇਲੈਕਟ੍ਰੋਨਸ ਇਨ ਅ ਮੋਲੀਕਿਊਲ brought about by the resonance or mesomerisim। ਰੈਜ਼ੋਨੈਂਸ ਨੂੰ mesomerisim ਵੀ ਕਹਿੰਦੇ ਹੈ ਨਾ। ਅੱਛਾ, ਹੁਣ ਤੁਸੀਂ ਇਹਦੀ ਡੈਫੀਨੇਸ਼ਨ ਹੈ ਪਰਮਾਨੈਂਟ ਇਫੈਕਟ ਹੈ, ਇਹਦੇ 'ਚ ਇਹ ਗੱਲ ਜ਼ਰੂਰ ਇਨਕਾਰਪੋਰੇਟ ਕਰਨੀ ਹੈ। ਤਾਂ ਹੁਣ ਮੇਰਾ ਸਟਰਕਚਰ ਦਿਖਾਈ ਹੋਈ ਹੈ ਕਿ ਡਬਲ ਬੌਂਡ ਕਿਤੇ ਹੋਣ ਜਾਂ ਡਬਲ ਬੌਂਡ ਦੇ ਨਾਲ ਕੋਈ ਇਲੈਕਟ੍ਰੋਨੈਗੇਟਿਵ ਐਟਮ ਹੈ ਜਿਹਦੇ 'ਤੇ ਲੋਨ ਪੇਅਰ ਆਫ ਇਲੈਕਟ੍ਰੋਨਸ ਉੱਥੇ ਹੁੰਦਾ। ਸੋ ਆਹ ਡਬਲ ਬੌਂਡ ਵਾਲੀ ਦਿਖਾਈ ਹੋਈ ਹੈ ਕਿ ਆਕਸੀਜਨ ਵੱਧ ਇਲੈਕਟ੍ਰੋਨੈਗੇਟਿਵ ਹੈ, ਉਹ ਅਟਰੈਕਟ ਕਰ ਸਕਦੀ ਹੈ ਇੱਕ ਡਬਲ ਬੌਂਡ ਨੂੰ ਆਪਦੇ 'ਤੇ। ਅਤੇ ਫਿਰ ਨੇੜੇ ਵਾਲੀ ਕਾਰਬਨ ਉਹ ਕਿਉਂਕਿ ਉਹਦੇ 6 ਹੀ ਇਲੈਕਟ੍ਰੋਨਸ ਹੋਣਗੇ, ਆਕਟੇਟ ਦੇ ਵਿੱਚ 3 ਬੌਂਡਸ ਹੀ ਰਹਿ ਜਾਂਦੇ ਆ, ਇਸ ਕਰਕੇ ਜਿਹੜਾ ਉਸ ਤੋਂ ਪਹਿਲਾਂ ਡਬਲ ਬੌਂਡ ਉਹਨੂੰ ਆਪਦੇ ਵੱਲ ਖਿੱਚਦੀ ਹੈ, ਤਾਂ ਆਹ ਚੇਂਜ ਹੋ ਜਾਂਦੀ ਹੈ। ਆਕਸੀਜਨ 'ਤੇ ਨੈਗੇਟਿਵ, ਜਿੱਧਰੋਂ ਬੌਂਡ ਸ਼ਿਫਟ ਹੋ ਗਿਆ ਤਾਂ ਉੱਥੇ CH2 'ਤੇ ਪੋਜ਼ੀਟਿਵ ਚਾਰਜ ਆ ਜਾਂਦਾ ਹੈ ਨਾ। ਅੱਛਾ, ਹੁਣ ਅੱਗੇ ਹੈਗਾ ਕਿ ਟਾਈਪਸ ਆਫ ਗਰੁੱਪਸ ਇਨਵੋਲਵਡ ਇਨ ਰੈਜ਼ੋਨੈਂਸ। ਹੁਣ ਇਹ ਸਾਨੂੰ ਕਿਵੇਂ ਪਤਾ ਲੱਗੇ ਕਿ ਕਿਹੜਾ ਗਰੁੱਪ ਹੈ ਜਿਹੜਾ
ਉਹ प्लस आर मतलब वो अट्रैक्ट करता है कि विदड्रॉ करता विदड्रॉ करता है कि डोनेट करता इलैक्ट्रॉन्स रिलीज़ करता है ना। सो हुण जिवें पहले आए ग्रुप हैविंग इलैक्ट्रॉन विदड्रॉइंग रेजोनेंस इफैक्ट जिन्होंने माइनस आर इफैक्ट कहने हैं, जिथे विदड्रॉ करते उत्थे माइनस आर कहने हैं। एम मीजोमेरिक है, वैसे जनरली असीं माइनस आर ही यूज़ करते हैं नोटेशन। सो किहड़े ग्रुप्स ने NO2 कार्बोनिल ग्रुप, CO C ट्रिपल बॉन्ड N वाला नाइट्राइल, SO3H एंड COOR। अच्छा हुण तुसीं ध्यान नाल देखोगे तो किहड़े ग्रुप ने जिथे वध इलैक्ट्रोनैगेटिव एटम कार्बन के थ्रू जुड़िया होया, जिहड़ी चेन वाली कार्बन है जिवें CO है, C के थ्रू ऑक्सीजन जुड़ी हुई है CO है ना, अगले दे विच C के थ्रू N जुड़ी हुई है, पहले दे विच N तो बाद वध इलैक्ट्रोनैगेटिव पिछों आउंदा है O है जिहड़ा O2, नाइट्रोजन घट इलैक्ट्रोनैगेटिव है। सो जिहड़ा वध इलैक्ट्रोनैगेटिव एटम है वो अखीर ते आउंदा है, कार्बन तो बाद या नाइट्रोजन तो बाद आउंदा, इवें जिवें COOR दे विच है, इवें जिवें SO3H दे है ना, ऑक्सीजन सल्फर नाल वध इलैक्ट्रोनैगेटिव है। सो इन्हां सारिਆਂ ਦੇ ਵਿੱਚ कार्बन तो विदड्रॉ कर रही है इलैक्ट्रॉन्स ऑक्सीजन, तो इस करके शिफ्ट हो जाती है, अगे दी अगे कॉन्जुगेशन हो जाती है, C डबल बॉन्ड O वाला ऑक्सीजन ते गया तो जी कार्बन इलैक्ट्रॉन डेफिशिएंट हो गई, डबल बॉन्ड फिर इधर नूं शिफ्ट हो गया तो CH2 ते पॉजिटिव चार्ज आ गया, डबल बॉन्ड की पोजीशन ही शिफ्ट हो गई। एरो नाल आपां दिखाउने हैं कि दोनों इलैक्ट्रॉन्स डबल बॉन्ड वाले इधर शिफ्ट हो गए। सो इत्थे क्योंकि चेन ते हुण पॉजिटिव चार्ज आ गया CH2 ते, जिहड़ी चेन सी CH2 CH वाली चेन सी इहदे ते पॉजिटिव चार्ज आ गया, मतलब विदड्रॉ कर लिया C डबल बॉन्ड O ने। सो ये हो गया माइनस आर इफैक्ट। हुण अगले च जब देखोगे जिथे इलैक्ट्रॉन रिलीजिंग इफैक्ट है OH, हुण O सीधा जुड़िया होया चेन नाल, जे तो घट इलैक्ट्रोनैगेटिव एटम हाइड्रोजन वो पिछे लग्या होया जां R वाला पिछे लग्या होया, OR ऑक्सीजन लगे है, उस तो बाद R दे विच CH3 C2H फिर जो भी ग्रुप होगा, इवें जिवें नाइट्रोजन तो बाद H2 है घट लग, जदों तो ज़्यादा इलैक्ट्रोनैगेटिव एटम सीधा ही चेन नूं जुड़ जाता है उत्थे वो इलैक्ट्रॉन रिलीजिंग हो जाता है, जिवें आह Cl दिखाई हुई है CH2 डबल बॉन्ड CH Cl। हुण वो डायरैक्टली बेशक Cl है मोर इलैक्ट्रोनैगेटिव है, बट इट इज़ डोनेटिंग वन ऑफ इट्स लोन पेयर ऑफ इलैक्ट्रॉन्स टू द सिंगल बॉन्ड। जो इत्थे देता तो कार्बन की वैलेंसी 5 हो जाएगी, इसलिए सानू अगला डबल बॉन्ड अगे शिफ्ट करना पैना। सो वी गेट दिस स्ट्रक्चर, ठीक हो गया। सो दो तरह के ग्रुप्स ने, ये थोड़ा याद रखना पैना, ये कैटेगराइज करके जिथे इलैक्ट्रोनैगेटिव एटम अगे लिखे लग्या होया सीधा लग्या होया चेन नाल वो इलैक्ट्रॉन रिलीजिंग है, जिथे किसी के थ्रू है भावें कार्बन के थ्रू है कार्बोनिल ग्रुप्स नाइट्राइल ग्रुप्स नाइट्रो ग्रुप्स, तो वो हो गया इलैक्ट्रॉन विदड्रॉइंग। ओके फिर है एप्लीकेशनस। बट ये बड़ा इंपॉर्टेंट क्वेश्चन है एप्लीकेशनस वाला, सारी उम्र थोड़े काम आना है, हर थां तुहानूं ये क्वेश्चन पूछा जाना है कि रेजोनेंस है जिहड़ी कई थावां ते करैक्टर चेंज कर दिंदी है कुछ कंपाउंड्स का। फॉर एग्जाम्पल इन दिस विनाइल हेलाइड्स क्या होया, थल्ले एराइल हेलाइड है, बेंजीन का हेलाइड है जिहड़ा है ना, उपरला विनाइल हेलाइड है। सो ये क्योंकि BrCl वगैरह आपके इलैक्ट्रॉन पेयर नूं दे देंगे, इलैक्ट्रॉन रिलीजिंग इफैक्ट है, तो इस करके Br या Cl जिहड़ा होगा वो डायरैक्टली अवेलेबल नहीं होगा किते, मतलब रिलीज़ नहीं हो सकता, आयोनाइज नहीं ये हो सकता छेती। सो ये इन्हां दी जिहड़ी स्ट्रैंथ होंदी है हेलाइड्स की कि फटाफट रिएक्ट कर जाते हैं। सो इत्थे बेटे छेती रिएक्ट नहीं करनगे। सो पहला हैगा विनाइल हेलाइड की रिएक्शन दी हुई, दूसरा दिता होया एराइल हेलाइड का। एराइल हेलाइड दे विच भी तुसीं देखोगे Cl तो एक लोन पेयर ऑफ इलैक्ट्रॉन्स इधर आ गया, फिर नाल C डबल बॉन्ड CC जिहड़ा रिंग ते शिफ्ट हो गया कॉर्नर ते, फिर अगले दे विच कॉर्नर ते नैगेटिव चार्ज आ गया, फिर वो नैगेटिव चार्ज वाले दोनों इलैक्ट्रॉन्स उस साइड ते नाल वाली ते चले गए, तो अगला डबल बॉन्ड अगले एज ते चलिया गया। सो इस तरह करके आपां जिहड़ा नैगेटिव चार्ज है उन्होंने रोटेट करते हैं। सो इसलिए असीं कहने कि कितनी सारियां रेजोनेटिंग स्ट्रक्चर्स ने, तो रेजोनेंस स्टेबलाइजेशन है जिहड़ी हेलाइड की स्ट्रक्चर बनती है तो ईजीली डिसोसीएट नहीं हो सकते। सो असीं इन्हां नूं कहांगे कि दे आर लैस रिएक्टिव, दे आर हैविंग लो रिएक्टिविटी, विनाइल हेलाइड्स एंड एराइल हेलाइड्स। फिर आ जाती है एसिडिटी कार्बोक्सिलिक एसिड की, कि वो बड़े एसिडिक होंदे आ नेचर दे विच, क्यों होंदे आ, दैन वी से दे आर मोर एसिडिक ड्यू टू देयर रेजोनेंस करैक्टर।
अच्छा रेजोनेंस की ਹੁੰਦਾ है कि RCOH when it reacts with water ਤਾਂ ਜਿਹੜਾ ਇੱਕ ਹਾਈਡਰੋਜਨ ਹੈ ਐਕੁਅਸ ਫਾਰਮ ਦੇ ਵਿੱਚ ਜਦੋਂ ਪਾਉਂਦੇ ਆ ਇਹਨਾਂ ਨੂੰ ਇੱਕ ਆਕਸੀਜਨ ਡਿਸੋਸੀਏਟ ਹੋ ਜਾਂਦਾ ਜਿਹੜਾ OH ਵਾਟਰ ਦਾ ਇੱਕ ਹਾਈਡਰੋਜਨ ਇੱਥੋਂ ਲੈ ਜਾਂਦਾ COOH ਵਾਲੀ ਤਾਂ ਫਿਰ ਆਪਾਂ ਦਿਖਾਉਂਦੇ ਹਾਂ ਸਟਰਕਚਰ C ਡਬਲ ਬੌਂਡ O ਮੇ ਰਹਿ ਗਿਆ OHH ਆਇਓਨਾਈਜ਼ ਹੋ ਕੇ ਚਲਿਆ ਗਿਆ ਤੇ O ਤੇ ਨੈਗੇਟਿਵ ਚਾਰਜ ਹੈ ਅੱਛਾ ਹੁਣ ਦੋਨੋਂ ਸਿਮਿਲਰ ਪੋਜੀਸ਼ਨ ਨੇ ਉਹ ਆਕਸੀਜਨ ਵਾਲੀਆਂ ਤੇ ਅਗਲੀ ਸਟਰਕਚਰ 'ਚ ਜਦੋਂ ਅਸੀਂ ਆਕਸੀਜਨ ਦਾ ਨੈਗੇਟਿਵ ਚਾਰਜ ਸ਼ਿਫਟ ਕਰਤਾ ਸੀ O ਸਿੰਗਲ ਬੌਂਡ ਵੱਲ ਨੂੰ ਤੇ C ਡਬਲ ਬੌਂਡ O ਵਾਲੇ ਦਾ ਇੱਕ ਸ਼ਿਫਟ ਕਰਤਾ ਬੌਂਡ ਆਕਸੀਜਨ ਤੇ ਸੋ ਦੋਨੋਂ ਸਟਰਕਚਰਸ ਇਕੁਇਲੈਂਟ ਹੈ ਇੱਕ 'ਚ ਇੱਕ ਨਾਲ ਆਕਸੀਜਨ ਨਾਲ ਡਬਲ ਬੌਂਡ ਹੈ ਦੂਜੀ 'ਚ ਦੂਜੀ ਨਾਲ ਹੈ ਸੋ ਜਦੋਂ ਵੱਧ ਕੋਈ ਰੈਜ਼ੋਨੇਟਿੰਗ ਸਟਰਕਚਰਸ ਹੁੰਦੀਆਂ ਕਿਸੇ ਕੰਪਾਊਂਡ ਦੀਆਂ ਤਾਂ ਆਪਾਂ ਕਹਿੰਦੇ ਹਾਂ ਕਿ ਓਨਾ ਹੀ ਉਹ ਸਟੇਬਲਾਈਜ਼ਡ ਫਾਰਮ ਦੇ ਵਿੱਚ ਹੁੰਦਾ ਸੋ ਜਿਹੜੀ ਚੀਜ਼ ਵੱਧ ਸਟੇਬਲ ਹੈ ਇਹਦਾ ਮਤਲਬ ਇਹਦਾ ਕਾਰਬੋਕਸੀਲੇਟ ਆਇਨ ਹੈ ਉਹ ਵੱਧ ਸਟੇਬਲ ਹੈ ਇਹਦੀਆਂ ਦੋ ਰੈਜ਼ੋਨੇਟਿੰਗ ਸਟਰਕਚਰ ਹੈ ਇੰਸਟੈਡ ਆਫ ਐਸਿਡ ਇੱਕੋ ਸਟਰਕਚਰ RCOH ਇੱਕੋ ਸਟਰਕਚਰ ਨਾਲ ਰਿਪਰੈਜ਼ੈਂਟ ਕਰਦੇ ਹੈ ਪਰ ਆਇਨ ਹੈ ਜਿਹੜਾ ਸੌਰੀ ਐਸਿਡ ਦੀਆਂ ਵੀ ਥੱਲੇ ਦਿਖਾਈਆਂ ਹੋਈਆਂ ਦੋ ਸਟਰਕਚਰਸ ਨੇ RCOOH ਪਰ ਇਹਦੇ 'ਚ ਅਸੀਂ ਕੀ ਕਰਦੇ ਹਾਂ ਕਿ ਆਕਸੀਜਨ OH ਵਾਲੇ ਦਾ ਇਲੈਕਟ੍ਰੋਨ ਫਿਰ ਅੱਗੇ ਸ਼ਿਫਟ ਕਰਤਾ ਐਸਿਡ ਨੂੰ ਜੇ ਕਰਾਂਗੇ ਸਟਰਕਚਰ ਦੋਨਾਂ ਦੀਆਂ ਦੋ ਨੋਰ ਨੇ ਪਰ ਜਿਹੜਾ ਕਾਰਬੋਕਸਿਲਿਕ ਐਸਿਡ ਆ ਇਹਦੇ 'ਚ ਚਾਰਜ ਸੈਪਰੇਸ਼ਨ ਵਾਲੀ ਸਟਰਕਚਰ ਆ ਗਈ ਸੋ ਜਿਹੜੀ ਘੱਟ ਸਟੇਬਲ ਹੈ ਤੇ ਕਾਰਬੋਕਸਿਲੇਟ ਆਇਨਸ RCOO ਨੈਗੇਟਿਵ ਦੀਆਂ ਦੋ ਸਟਰਕਚਰਸ ਨੇ ਐਂਡ ਦੇ ਆਰ ਇਕੁਅਲੀ ਸਟੇਬਲ ਸੋ ਛੇਤੀ ਬਣੂਗਾ ਕਾਰਬੋਕਸਿਲੇਟ ਆਇਨ ਤਾਂ ਇਸ ਕਰਕੇ ਇਹ ਵੱਧ ਰਿਐਕਟਿਵ ਹੋਊਗਾ ਕਿਉਂਕਿ ਜਦੋਂ ਕਾਰਬੋਕਸਿਲੇਟ ਆਇਨ ਬਣਨਾ ਹੈ ਤਾਂ H ਪੋਜ਼ੀਟਿਵ ਰਿਲੀਜ਼ ਹੁੰਦਾ ਹੈ ਸੋ ਕੋਈ ਵੀ ਚੀਜ਼ ਜਿਹੜੀ H ਪੋਜ਼ੀਟਿਵ ਰਿਲੀਜ਼ ਕਰਦੀ ਹੈ ਦੈਟ ਇਜ਼ good acid, strong acid. So this is all about resonance effect and it is very important effect